TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਤੇ ਦੋਸਤੋ, ਇਸ ਪਿਆਰ ਮਾਣ ਸਤਿਕਾਰ ਵਾਸਤੇ ਤੁਹਾਡੇ ਕਰਜ਼ਦਾਰ ਰਹਾਂਗੇ, ਕਿਉਂਕਿ ਅੱਜ ਇਸ ਸ਼ੋਅ ਦੀ 300ਵੀਂ ਕਿਸ਼ਤ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ। ਤੇ ਆਓ ਅੱਜ ਕਿਹੜੀਆਂ ਖਬਰਾਂ ਇਸ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਵਿਚਾਰਨੀਆਂ ਨੇ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਅਮਰੀਕਾ ਆਉਣ ਦੇ ਚਾਹਵਾਨਾਂ ਵਾਸਤੇ ਵੱਡੀ ਖਬਰ। ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੇ ਬਜ਼ੁਰਗ ਲੋਕਾਂ ਨਾਲ ਲੱਖਾਂ ਡਾਲਰਾਂ ਦੀ ਮਾਰੀ ਠੱਗੀ ਦਾ ਜੁਰਮ ਕਬੂਲਿਆ। ਦੁਬਈ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਗੋਲੀ ਮਾਰਨ ਦੇ ਹੁਕਮ ਜਾਰੀ। ਜਰਮਨੀ ਵਿੱਚ ਇੱਕ ਸੂਰ ਫਾਰਮ ਨੂੰ ਲੱਗੀ ਅੱਗ, 55,000 ਤੋਂ ਵੱਧ ਪਸ਼ੂਆਂ ਦੀ ਮੌਤ ਦਾ ਖਦਸ਼ਾ। ਲਹਿੰਦੇ ਪੰਜਾਬ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਇੱਕੋ ਹੀ ਪਰਿਵਾਰ ਦੇ 8 ਜੀਆਂ ਦੀ ਲਈ ਜਾਨ। ਚਲਦੀ ਟ੍ਰੇਨ ਵਿੱਚੋਂ 1.5 ਸਾਲਾ ਬੱਚੀ ਡਿੱਗੀ ਬਾਹਰ। ਲੱਖਾ ਸਿਧਾਣਾ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਵੱਡਾ ਫੈਸਲਾ। ਦੀਪ ਸਿੱਧੂ ਨੂੰ ਨਹੀਂ ਮਿਲ ਸਕੀ ਜ਼ਮਾਨਤ। ਪ੍ਰਿੰਸੀਪਲ ਤਰਸੇਮ ਬਾਹੀਆ ਦੀ ਮੌਤ ਲਈ ਹਸਪਤਾਲ ਦੇ ਡਾਕਟਰ ਜ਼ਿੰਮੇਵਾਰ, ਪਰਿਵਾਰ ਨੇ ਲਗਾਏ ਦੋਸ਼। ਅਤੇ ਸੰਘਰਸ਼ ਕਰ ਰਹੇ ਜੈਤੋਂ ਦੇ ਇੱਕ ਕਿਸਾਨ ਦੀ ਹੋਈ ਮੌਤ। ਦੋਸਤੋ, ਇਹਨਾਂ ਕੁਝ ਖਬਰਾਂ ਦੇ ਉੱਤੇ ਵਿਸਥਾਰ ਸਹਿਤ ਅੱਜ ਦੇ ਪ੍ਰੋਗਰਾਮ ਦੌਰਾਨ ਗੱਲਬਾਤ ਕੀਤੀ ਜਾਏਗੀ। ਕੁਝ ਵਿਸਥਾਰ ਤੇ ਕੁਝ ਟਿੱਪਣੀਆਂ ਤੁਹਾਡੇ ਰੂਬਰੂ ਕਰਦੇ ਹਾਂ, ਪਰ ਉਹਦੇ ਤੋਂ ਪਹਿਲਾਂ ਇੱਕ ਵਾਰੀ ਫੇਰ ਤੁਹਾਡਾ ਸਭਨਾਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਆਪਣੇ ਇਸ ਚੈਨਲ ਦੇ ਨਾਲ ਦਿਲੋਂ ਜੁੜੇ ਹੋਏ ਹੋ ਅਤੇ ਅੱਜ ਇਸ ਪ੍ਰੋਗਰਾਮ ਦੀ 300ਵੀਂ ਕਿਸ਼ਤ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਦਾ ਵਿਸਥਾਰ ਤੁਹਾਡੇ ਰੂਬਰੂ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਆਓ ਹੁਣ ਖਬਰਾਂ ਵੱਲ ਵਧੀਏ। ਬਾਈਡਨ ਪ੍ਰਸ਼ਾਸਨ ਨੇ ਇੱਕ ਅਹਿਮ ਫੈਸਲਾ ਕਰ ਦਿੱਤਾ ਹੈ। ਫੈਸਲਾ ਇਹ ਹੈ, ਇਸ ਫੈਸਲੇ ਦੇ ਤਹਿਤ ਹੁਣ H-1B ਵੀਜ਼ਾ ਸਮੇਤ ਵਿਦੇਸ਼ੀ ਵਰਕਰਾਂ ਲਈ ਜਿਹੜਾ ਜਾਰੀ ਵੀਜ਼ਾ ਕੀਤਾ ਜਾ ਰਿਹਾ ਸੀ, ਉਹਦੇ ਤੇ ਪਾਬੰਦੀ ਲੱਗੀ ਹੋਈ ਸੀ ਤੇ ਇਸ ਫੈਸਲੇ ਦੇ ਨਾਲ ਉਹ ਪਾਬੰਦੀ ਖਤਮ ਕਰ ਦਿੱਤੀ ਗਈ ਹੈ। ਇਹਦੇ ਨਾਲ ਲੱਖਾਂ ਗਿਣਤੀ ਦੇ ਵਿੱਚ IT ਦੇ ਪੇਸ਼ੇਵਰ ਲੋਕ ਹੋਣਗੇ, ਪ੍ਰੋਫੈਸ਼ਨਲ ਲੋਕ ਹੋਣਗੇ, ਭਾਰਤੀ ਲੋਕ, ਜਿਨ੍ਹਾਂ ਨੂੰ ਵੱਡੇ ਪੱਧਰ ਤੇ ਫਾਇਦਾ ਹੋਣ ਦੀ ਆਸ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਟਰੰਪ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੇ ਵੀਜ਼ੇ ਦੇ ਉੱਤੇ 31 ਮਾਰਚ ਤੱਕ ਰੋਕ ਲਗਾਈ ਹੋਈ ਸੀ, ਪਰ ਬਾਈਡਨ ਸਰਕਾਰ ਨੇ ਇਸ ਮਿਆਦ ਨੂੰ ਅੱਗੇ ਨਾ ਵਧਾਉਣ ਦੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਸੀ ਕੀਤਾ। ਇਸ ਨਾਲ ਸਾਬਕਾ ਟਰੰਪ ਸਰਕਾਰ ਦਾ ਆਦੇਸ਼ ਖਤਮ ਹੋ ਚੁੱਕਿਆ ਹੈ। ਤਾਲਾਬੰਦੀ ਜਦੋਂ ਲੋਕਡਾਊਨ ਲੱਗਿਆ ਸੀ ਅਤੇ ਕਰੋਨਾ ਸੰਕਟ ਆਇਆ ਸੀ, ਉਸ ਦੌਰਾਨ ਟਰੰਪ ਸਰਕਾਰ ਨੇ ਬੀਤੇ ਵਰੇ ਜੂਨ ਦੇ ਮਹੀਨੇ H-1B ਵੀਜ਼ਾ ਸਮੇਤ ਵਿਦੇਸ਼ੀ ਵਰਕਰਾਂ ਲਈ ਜਾਰੀ ਹੋਣ ਵਾਲੇ ਵੀਜ਼ਿਆਂ ਤੇ 31 ਦਸੰਬਰ ਤੱਕ ਪਹਿਲਾਂ ਰੋਕ ਲਗਾਈ ਸੀ। ਰਾਸ਼ਟਰਪਤੀ ਟਰੰਪ ਨੇ ਉਸ ਵਕਤ ਤਰਕ ਦਿੱਤਾ ਸੀ ਕਿ ਜੇਕਰ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਵਿੱਚ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਘਰੇਲੂ ਕਾਮਿਆਂ ਨੂੰ ਨੁਕਸਾਨ ਹੋਏਗਾ। ਬਾਅਦ ਵਿੱਚ ਉਹਨਾਂ ਨੇ ਇਹਦੀ ਸਮਾਂ ਹੱਦ ਵਧਾ ਕੇ 31 ਮਾਰਚ ਤੱਕ ਕਰ ਦਿੱਤੀ ਸੀ, ਪਰ ਰਾਸ਼ਟਰਪਤੀ ਜੋ ਬਾਈਡਨ ਨੇ ਵੀਜ਼ਾ ਪਾਬੰਦੀ ਜਾਰੀ ਰਹਿਣ ਦੇ ਕਿਸੇ ਵੀ ਪੱਖ ਵਿੱਚ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਪਹਿਲਾਂ ਵੀ ਉਹਨਾਂ ਨੇ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਬੇਰਹਿਮ ਦੱਸਿਆ ਸੀ। H-1B ਵੀਜ਼ਾ ਤੇ ਪਾਬੰਦੀ ਹਟਾਉਣ ਦਾ ਉਹਨਾਂ ਵਾਅਦਾ ਕੀਤਾ ਸੀ। ਇੱਥੇ ਇਹ ਵੀ ਦੱਸ ਦਈਏ ਕਿ H-1B ਵੀਜ਼ਾ ਗੈਰ ਪ੍ਰਵਾਸੀ ਵੀਜ਼ਾ ਹੈ। ਇਹ ਕੇਸ ਕਰਮਚਾਰੀਆਂ ਨੂੰ ਅਮਰੀਕਾ ਵਿੱਚ 6 ਸਾਲ ਤੱਕ ਕੰਮ ਕਰਨ ਦੇ ਵਾਸਤੇ ਇਹਨਾਂ ਕੇਸਾਂ ਦੇ ਵਿੱਚ ਇਹ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਅਮਰੀਕਾ ਵਿੱਚ ਕੰਪਨੀਆਂ ਉਹਨਾਂ ਲੋਕਾਂ ਨੂੰ ਸੱਦਦੀਆਂ ਨੇ ਜਿਹੜੇ ਪੇਸ਼ੇਵਰ ਹੁੰਦੇ ਨੇ, ਜਿਨ੍ਹਾਂ ਦੀ ਅਮਰੀਕਾ ਵਿੱਚ ਕਮੀ ਹੁੰਦੀ ਹੈ। ਇਹ ਵੀਜ਼ਾ ਕੁਝ ਸ਼ਰਤਾਂ ਦੇ ਤਹਿਤ ਦੇ ਦਿੱਤਾ ਜਾਂਦਾ ਹੈ। ਇਹਨੂੰ ਹਾਸਲ ਕਰਨ ਵਾਲੇ ਵਿਅਕਤੀ ਨੂੰ ਗ੍ਰੈਜੂਏਟ ਵੀ ਹੋਣਾ ਪੈਂਦਾ ਹੈ ਅਤੇ ਨਾਲ ਆਪਣੇ ਕਿਸੇ ਖੇਤਰ ਦੇ ਵਿੱਚ ਉਹਦੇ ਕੋਲ ਵਿਸ਼ੇਸ਼ ਯੋਗਤਾ ਵੀ ਹਾਸਲ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਜਿਸ ਵਿਅਕਤੀ ਨੂੰ ਹਾਇਰ ਕੀਤਾ ਜਾਂਦਾ ਉਹਦੀ ਸਾਲਾਨਾ ਤਨਖਾਹ ਘੱਟੋ ਘੱਟ $60,000 ਹੋਣੀ ਲਾਜ਼ਮੀ ਹੈ। ਸੋ ਇਸ ਵੀਜ਼ੇ ਦੇ ਉੱਤੇ ਲੱਗੀਆਂ ਪਾਬੰਦੀਆਂ ਦੀ ਮਿਆਦ ਖਤਮ ਹੈ। ਜਿਹੜੇ ਲੋਕ ਉਮੀਦ ਕਰ ਰਹੇ ਸੀ ਕਿ ਰਸਤਾ ਖੁੱਲ੍ਹੇ, ਅਸੀਂ ਅਮਰੀਕਾ ਜਾਈਏ, ਆਪਣੇ ਭਵਿੱਖ ਦੇ ਬਾਬਤ ਸੋਚ ਵਿਚਾਰ ਕਰ ਰਹੇ ਸੀ, ਤੇ ਉਹਨਾਂ ਵਾਸਤੇ ਇਹ ਖੁਸ਼ੀ ਦੀ ਖਬਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵਾਸਤੇ ਹੁਣ ਇਸ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਛੁਟਕਾਰਾ ਮਿਲ ਚੁੱਕਿਆ ਹੈ। ਤੇ ਅਗਲੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਇੱਕ ਖਾਸ ਮਹੱਤਵਪੂਰਨ ਖਬਰ ਹੈ। ਖਾਸ ਕਰਕੇ ਪੰਜਾਬੀਆਂ ਦਾ ਇੱਕ ਪਰਿਵਾਰ ਹੈ ਜਿਨ੍ਹਾਂ ਦੇ ਘਰ ਵਿੱਚ ਅੱਜ ਰੋਟੀ ਨਹੀਂ ਪੱਕ ਰਹੀ। ਇਸ ਨੌਜਵਾਨ ਦੇ ਨਾਲ ਸੰਬੰਧਿਤ ਦੋਸਤ, ਮਿੱਤਰ, ਰਿਸ਼ਤੇਦਾਰ ਨੇ ਸੋਗ ਦੇ ਆਲਮ ਵਿੱਚ ਨੇ।
ਕਾਰਨ ਇਹ ਹੈ ਕਿ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦਾ ਇੱਕ ਰਹਿਣ ਵਾਲਾ ਨੌਜਵਾਨ ਹੈ। 21 ਵਰੇ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ। ਦੁਬਈ ਦੇ ਵਿੱਚ ਘਰ ਦੀ ਗਰੀਬੀ ਤੇ ਘਰ ਦਾ ਕਰਜ਼ ਉਤਾਰਨ ਵਾਸਤੇ ਕੰਮ ਕਰਨ ਵਾਸਤੇ ਗਿਆ ਸੀ, ਪਰ ਉੱਥੇ ਸਜ਼ਾ ਸੁਣਾ ਦਿੱਤੀ ਹੈ ਕਿ ਗੋਲੀ ਮਾਰ ਕੇ ਇਹਨੂੰ ਹਲਾਕ ਕਰ ਦਿਓ। ਦਰਅਸਲ ਮਾਲਪੁਰ ਦੇ ਰਹਿਣ ਵਾਲੇ 21 ਵਰਿਆਂ ਦੇ ਚਰਨਜੀਤ ਸਿੰਘ, ਜਿਨ੍ਹਾਂ ਨੂੰ ਨਿਕਨੇਮ ਚੰਨੀ ਚੰਨੀ ਕਹਿ ਕੇ ਵੀ ਬੁਲਾਉਂਦੇ ਆ, ਚੰਨੀ ਦੁਬਈ ਦੇ ਵਿੱਚ ਇੱਕ ਪਾਕਿਸਤਾਨੀ ਲੜਕੇ ਦੇ ਕਤਲ ਦੇ ਕੇਸ ਵਿੱਚ ਉੱਥੋਂ ਦੀ ਅਦਾਲਤ ਨੇ ਨਾਮਜ਼ਦ ਕੀਤਾ ਤੇ ਹੁਣ ਉਹਨਾਂ ਨੂੰ ਸਜ਼ਾ ਸੁਣਾਈ ਹੈ ਕਿ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਹੈ। ਜਾਣਕਾਰੀ ਮਿਲੀ ਹੈ ਕਿ 30 ਮਾਰਚ ਨੂੰ ਦੁਬਈ ਪੁਲਿਸ ਨੇ ਚੰਨੀ ਦੇ ਦਸਤਖਤ ਵੀ ਕਰਵਾ ਲਏ ਨੇ ਅਤੇ ਗੋਲੀ ਮਾਰਨ ਦਾ ਫੈਸਲਾ ਕਿਸੇ ਵੀ ਸਮੇਂ ਤਰੀਕ ਦੁਆਲਾ ਆ ਸਕਦਾ ਕਿ ਆਹ ਤਰੀਕ ਨੂੰ ਉਹਨੂੰ ਗੋਲੀ ਨਾਲ ਮਾਰ ਦਿੱਤਾ ਜਾਵੇ। ਹੁਣ ਚੰਨੀ ਦੇ ਪਿਤਾ ਤਿਲਕਰਾਜ ਅਤੇ ਮਾਤਾ ਬਬਲੀ ਨੇ ਦੱਸਿਆ ਕਿ ਚੰਨੀ ਆਪਣੇ 4 ਸਾਥੀਆਂ ਸਮੇਤ ਸ਼ਰਾਬ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਉਹਦੇ ਉੱਤੇ ਪਾਕਿਸਤਾਨੀ ਲੜਕੇ ਦਾ ਇੱਕ ਝੂਠਾ ਕਤਲ ਕੇਸ ਪਾ ਦਿੱਤਾ ਗਿਆ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਦੁਬਈ ਸਰਕਾਰ ਦੇ ਨਾਲ ਰਾਬਤਾ ਕਾਇਮ ਕਰੇ ਅਤੇ ਸਾਡਾ ਬੱਚਾ ਸਾਨੂੰ ਵਾਪਸ ਲਿਆ ਕੇ ਦਿੱਤਾ ਜਾਵੇ। ਪਰਿਵਾਰ ਨੇ ਦੱਸਿਆ ਕਿ ਚਰਨਜੀਤ ਚੰਨੀ ਸਿਰਫ 12 ਪੜ੍ਹਿਆ ਹੋਇਆ, ਘਰ ਦੀ ਗਰੀਬੀ ਦੂਰ ਕਰਨ ਵਾਸਤੇ ਬੀਤੇ ਸਾਲ ਫਰਵਰੀ ਮਹੀਨੇ ਭਾਵ ਫਰਵਰੀ 2020 ਨੂੰ ਹੈਲਪਰ ਦੇ ਤੌਰ ਤੇ ਦੁਬਈ ਗਿਆ ਸੀ। ਦੁਬਈ ਜਾਣ ਦੇ ਕੁਝ ਮਹੀਨਿਆਂ ਬਾਅਦ ਹੀ ਜਦੋਂ ਉੱਥੇ ਰੋਜ਼ੇ ਚੱਲ ਰਹੇ ਸਨ ਤਾਂ ਚੰਨੀ ਸਮੇਤ 8 ਨੌਜਵਾਨ ਸ਼ਰਾਬ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਰੇਡ ਮਾਰ ਕੇ ਗ੍ਰਿਫਤਾਰ ਕਰ ਲਏ। ਉਸ ਵਕਤ ਚਰਨਜੀਤ ਸਿੰਘ ਅਤੇ 3 ਹੋਰ ਨੌਜਵਾਨ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਏ, ਜਦੋਂ ਕਿ 4 ਨੌਜਵਾਨ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਸ਼ਰਾਬ ਦੇ ਕੇਸ ਦੇ ਵਿੱਚੋਂ ਪਰਿਵਾਰ ਨੇ ਦੱਸਿਆ ਕਿ 3 ਨੌਜਵਾਨਾਂ ਨੂੰ ਜਾਂ 3 ਉਸਦੇ ਸਾਥੀਆਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ, ਜਦਕਿ ਚਰਨਜੀਤ ਸਿੰਘ ਨੂੰ ਇੱਕ ਪਾਕਿਸਤਾਨੀ ਨੌਜਵਾਨ ਦੇ ਕਤਲ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ। ਉਸ ਤੇ ਤਿੰਨੋਂ ਹੀ ਸਾਥੀ 1 ਸਾਲ ਦੀ ਸਜ਼ਾ ਕੱਟ ਚੁੱਕੇ ਆ, ਜਦਕਿ ਚੰਨੀ ਦੁਬਈ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ। ਚਰਨਜੀਤ ਦੇ ਪਿਤਾ ਤਿਲਕਰਾਜ ਦੇ ਮੁਤਾਬਕ ਚੰਨੀ ਨੂੰ ਵਿਦੇਸ਼ ਭੇਜਣ ਲਈ ਵਿਆਜ ਤੇ ਕਰਜ਼ ਚੁੱਕਿਆ ਸੀ, ਪੈਸਾ ਲਿਆ ਸੀ। ਉਹਦੇ ਫੜੇ ਜਾਣ ਤੋਂ ਬਾਅਦ ਅਸੀਂ ਕਹਿੰਦੇ ਕਰਜ਼ ਉਤਾਰ ਨਹੀਂ ਸਕੇ ਤੇ ਉਹ ਰਿਣ ਉਤਾਰਨ ਦੇ ਵਾਸਤੇ, ਉਹ ਕਰਜ਼ ਉਤਾਰਨ ਦੇ ਵਾਸਤੇ ਸਾਨੂੰ ਆਪਣਾ ਘਰ ਵੇਚਣਾ ਪੈ ਗਿਆ। ਇਸ ਵਕਤ ਉਸ ਪਰਿਵਾਰ ਕੋਲ ਛੱਤ ਤੱਕ ਨਹੀਂ, ਉਹ ਆਪਣੇ ਸਹੁਰੇ ਘਰ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੈ ਤੇ ਉੱਪਰ ਦੀ ਆ ਇੱਕ ਹੋਰ ਦੁੱਖਾਂ ਦਾ ਪਹਾੜ ਉਸ ਪਰਿਵਾਰ ਤੇ ਟੁੱਟ ਰਿਹਾ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਜਦੋਂ ਪੰਜਾਬ ਦੇ ਵਿੱਚ ਸੂਰਜ ਚੜ੍ਹਿਆ, ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਾਲੇ ਉਬਰਾਏ ਸਾਹਿਬ ਦੇ ਨਾਲ ਗੱਲਬਾਤ ਕਰਕੇ ਦੇਖੀ ਜਾਵੇ, ਤਾਂ ਕਿ ਪਹਿਲਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਲਿਆਂਦਾ ਹੈ। ਕਿਉਂਕਿ ਦੁਬਈ ਦਾ ਇੱਕ ਕਾਨੂੰਨ ਹੈ ਕਿ ਜੇਕਰ ਉਸ ਪਰਿਵਾਰ ਨੂੰ ਬਲੱਡ ਮਨੀ ਦੇ ਦਿੱਤੀ ਜਾਵੇ, ਜੇਕਰ ਪਰਿਵਾਰ ਸਹਿਮਤ ਹੋ ਜਾਵੇ ਕਿ ਸਾਨੂੰ ਇਹਦਾ ਮੁਆਵਜ਼ਾ ਦੇ ਦਿੱਤਾ ਜਾਵੇ ਤੇ ਇਹਦੀ ਸਜ਼ਾ ਮੁਆਫ ਕਰ ਦਿੱਤੀ ਜਾਵੇ, ਪਰ ਉਹ ਮੁਆਵਜ਼ਾ ਮੰਗਦੇ ਕਿੰਨਾ ਨੇ ਕਿ ਉਦੋਂ ਤੱਕ ਇਹ ਸਾਰਾ ਕੁਝ ਸੰਭਵ ਹੋ ਸਕੇਗਾ। ਕੋਸ਼ਿਸ਼ ਕਰਾਂਗੇ ਕਿ ਜੇਕਰ ਕਿਸੇ ਦੀ ਜਾਨ ਬਚਾਈ ਜਾ ਸਕੇ। ਅਗਲੀ ਖਬਰ, ਕਿਉਂਕਿ ਅੱਜ ਮੈਂ ਸਵੇਰ ਦੇ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਇੱਕ ਖਬਰ ਸਾਂਝੀ ਕੀਤੀ ਸੀ ਕਿ ਬਠਿੰਡਾ ਦੇ ਵਿੱਚ ਲਗਭਗ 46-47 ਝੁੱਗੀਆਂ ਸੜ ਕੇ ਰਾਖ ਹੋਈਆਂ ਨੇ। ਉਹਨਾਂ ਵਿੱਚ ਕਈ ਸੈਂਕੜੇ ਬੱਕਰੀਆਂ ਵੀ ਸੜ ਕੇ ਮਰ ਗਈਆਂ ਨੇ ਅਤੇ 1-2 ਬੇਟੀਆਂ ਦਾ, ਬੱਚੀਆਂ ਦਾ ਦਹੇਜ ਤਿਆਰ ਕੀਤਾ ਸੀ, ਕੁਝ ਪੈਸਾ ਟਕਾ ਸੀ, ਉਹ ਗਰੀਬ ਪਰਿਵਾਰਾਂ ਦਾ ਸਭ ਕੁਝ ਰਾਖ ਹੋ ਗਿਆ। ਉਸੇ ਤਰ੍ਹਾਂ ਦੀ ਖਬਰ ਮਿਲ ਰਹੀ ਆ ਉੱਤਰ ਪੂਰਬੀ ਜਰਮਨੀ ਦੇ ਵਿੱਚੋਂ, ਜਿੱਥੇ ਇੱਕ ਸੂਰ ਕੇਂਦਰ ਸੀ, ਉੱਥੇ ਅੱਗ ਲੱਗੀ ਹੈ ਤੇ ਕਹਿੰਦੇ 55,000 ਤੋਂ ਵੱਧ ਪਸ਼ੂਆਂ ਦੀ ਮੌਤ ਹੋਣ ਦਾ ਖਦਸ਼ਾ ਹੈ। ਜਾਣਕਾਰੀ ਅਨੁਸਾਰ ਉੱਤਰ ਪੂਰਬੀ ਜਰਮਨੀ ਦੇ ਵਿੱਚ ਅਲਟਟੈਲਨ ਸਥਿਤ ਕੇਂਦਰ ਦੇ ਵਿੱਚ ਬੀਤੇ ਮੰਗਲਵਾਰ ਨੂੰ ਅੱਗ ਲੱਗੀ ਤੇ ਛੇਤੀ ਹੀ ਇਹ ਅੱਗ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਫੈਲ ਗਈ, ਜਿੱਥੇ ਬਹੁਤ ਸਾਰੇ ਪਸ਼ੂ ਰੱਖੇ ਹੋਏ ਸੀ। ਅੱਗ ਲੱਗਣ ਦੇ ਕਾਰਨਾਂ ਦਾ ਤਾਂ ਭਾਵੇਂ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਜਾਣਕਾਰੀ ਮਿਲੀ ਆ ਕਿ ਅੱਗ ਵਿੱਚ 55,000 ਤੋਂ ਵਧੇਰੇ ਪਸ਼ੂਆਂ ਦੀ ਮੌਤ ਹੋ ਗਈ ਹੈ। ਸਿਰਫ 1300 ਪਸ਼ੂਆਂ ਨੂੰ ਬਚਾਇਆ ਜਾ ਸਕਿਆ। ਇਹ ਕੇਂਦਰ ਆਪਣੀ ਕਿਸਮ ਦੇ ਸਭ ਤੋਂ ਵੱਡੇ ਕੇਂਦਰਾਂ ਦੇ ਵਿੱਚੋਂ ਇੱਕ ਹੈ ਅਤੇ ਕੱਲ ਇਸ ਘਟਨਾ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਵੀ ਹੋਇਆ। ਪ੍ਰਦਰਸ਼ਨਕਾਰੀ ਪਸ਼ੂਆਂ ਤੇ ਅਤਿਆਚਾਰ ਬੰਦ ਕਰੋ ਵਰਗੇ ਨਾਅਰੇ ਉੱਥੇ ਲਗਾਉਂਦੇ ਨਜ਼ਰ ਆਏ ਸਨ। ਸੋ ਅਗਲੀ ਖਬਰ ਵੀ ਬੜੀ ਭਿਆਨਕ ਖਬਰ ਹੈ। ਲਹਿੰਦੇ ਪੰਜਾਬ ਵਾਲੇ ਪਾਸੋਂ ਖਬਰ ਮਿਲੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਅੱਜ ਇੱਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ 3 ਬੱਚਿਆਂ ਸਮੇਤ ਇੱਕੋ ਹੀ ਪਰਿਵਾਰ ਦੇ 8 ਜੀਆਂ ਦੀ ਮੌਤ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਬੁਰੇਵਾਲਾ ਤੋਂ ਲਾਹੌਰ ਪਰਤ ਰਹੀ ਇੱਕ ਕਾਰ
ਟਰੱਕ ਖੜਾ ਸੀ ਸੜਕ ਕਿਨਾਰੇ, ਉਹਦੇ ਵਿੱਚ ਜਾ ਟਕਰਾਈ। ਇਹ ਘਟਨਾ ਇਹ ਵੀ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ ਦੀ ਵਜ੍ਹਾ ਦੇ ਕਾਰਨ ਬੁਰੇਵਾਲਾ ਦੇ ਲੋਡਾਨ ਰੋਡ ਤੇ ਵਾਪਰੀ। ਇਹ ਘਟਨਾ ਲਾਹੌਰ ਤੋਂ ਲਗਭਗ 140 ਕਿਲੋਮੀਟਰ ਦੀ ਦੂਰੀ ਤੇ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਕਾਰ ਤੇਜ਼ ਬਹੁਤ ਸੀ ਤੇ ਡਰਾਈਵਰ ਕੰਟਰੋਲ ਗਵਾ ਬੈਠਿਆ ਅਤੇ ਉਹ ਸਿੱਧਾ ਸੜਕ ਦੇ ਕਿਨਾਰੇ ਪਾਰਕ ਕੀਤੇ ਇੱਕ ਟਰੱਕ ਵਿੱਚ ਗੱਡੀ ਜਾ ਵੱਜੀ। ਅਧਿਕਾਰੀ ਨੇ ਦੱਸਿਆ ਕਿ ਟਰੱਕ ਖੜਾ ਸੀ ਤੇ ਕਾਰ ਆ ਕੇ ਵੱਜੀ ਤੇ ਟੱਕਰ ਇੰਨੀ ਕੁ ਭਿਆਨਕ ਸੀ ਕਿ ਸਾਰੇ ਦੇ ਸਾਰੇ ਯਾਤਰੀਆਂ ਦੀ, ਪਰਿਵਾਰ ਦੇ ਮੈਂਬਰਾਂ ਦੀ, ਜਿਹੜੇ 8 ਸੀ, ਘਟਨਾ ਸਥਾਨ ਤੇ ਹੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 3 ਬੱਚੇ, ਕਈ ਔਰਤਾਂ ਤੇ ਇੱਕੋ ਹੀ ਪਰਿਵਾਰ ਦੇ ਜੀ ਸ਼ਾਮਲ ਸਨ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਦੁਖਦਾਇਕ ਘਟਨਾ ਹੈ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਦੁਰਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅਗਲੀ ਖਬਰ ਅਮਰੀਕਾ ਵਾਲੇ ਪਾਸਿਓਂ ਹੈ। ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਦੇਖੋ, ਜਿਹੜੇ ਲੋਕ ਆ ਕੇ ਇਹਨਾਂ ਮੁਲਕਾਂ ਵਿੱਚ ਰੱਜੇ ਨਹੀਂ ਤੇ ਫਿਰ ਉਹ ਦੱਸਣ ਕਿ ਕਿਹੜੇ ਮੁਲਕ ਵਿੱਚ ਜਾ ਕੇ ਉਹਨਾਂ ਦਾ ਰੱਜ ਹੋਏਗਾ। ਠੱਗੀਆਂ ਮਾਰਨ ਤੇ ਤੁਰੇ ਹੋਏ ਨੇ। 10 ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਲੱਭਦੇ ਹੀ ਨਹੀਂ ਕਿ ਅਸੀਂ ਕਮਾਈ ਕਰੀਏ। ਕਿੰਨੇ ਲੋਕ ਨੇ ਜਿਹੜੇ ਆ ਕੇ ਇੱਥੇ ਕਮਾਈਆਂ ਕੀਤੀਆਂ, ਮਿਹਨਤਾਂ ਕੀਤੀਆਂ ਤੇ ਅੱਜ ਝੰਡੇ ਝੂਲਦੇ ਆ। ਪਰ ਆਹ ਲੋਕ ਕੁਝ ਸਮੇਂ ਵਾਸਤੇ, ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਚੋਰ ਨੂੰ ਖਾਂਦਿਆਂ ਨਾ ਦੇਖੋ, ਚੋਰ ਦੇ ਪੈਂਦੀਆਂ ਨੂੰ ਦੇਖੋ, ਹੁਣ ਪੈ ਰਹੀਆਂ ਨੇ। ਕੈਲੀਫੋਰਨੀਆ ਪੰਜਾਬੀਆਂ ਦੀ ਵੀ ਬਹੁਤ ਗਿਣਤੀ ਹੈ, ਭਾਰਤੀਆਂ ਦੀ ਵੀ ਕਾਫੀ ਗਿਣਤੀ ਹੈ। ਕੈਲੀਫੋਰਨੀਆ ਸੂਬੇ ਦੇ ਵਿੱਚੋਂ ਜਾਣਕਾਰੀ ਮਿਲੀ ਹੈ ਕਿ ਇੱਕ ਭਾਰਤੀ ਮੂਲ ਦੇ ਵਿਅਕਤੀ ਨੇ ਬਜ਼ੁਰਗ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਤੇ ਹੁਣ ਉਹਨੇ ਆਪਣੇ ਦੋਸ਼ ਵੀ ਸਵੀਕਾਰ ਲਏ ਹੈ। 31 ਵਰਿਆਂ ਦਾ ਅਨੁਜ ਮਹਿੰਦਰ ਭਾਈ ਪਟੇਲ ਇਹਦਾ ਨਾਂ ਹੈ। ਮਿਸਟਰ ਪਟੇਲ ਨੇ ਆਪ ਆਖਿਆ ਕਿ ਹਾਂ, ਮੈਂ ਇਹ ਕੰਮ ਕੀਤਾ ਹੈ। ਉਹ ਫੈਡਰਲ ਸਰਕਾਰ ਦਾ ਏਜੰਟ ਬਣ ਕੇ ਫਰਜ਼ੀ ਵਾਰੰਟ ਦੱਸਿਆ ਕਰਦਾ ਸੀ ਲੋਕਾਂ ਨੂੰ ਕਿ ਤੁਹਾਡੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਆ, ਛੇਤੀ ਕਰੋ, ਆ ਪੈਸੇ ਜਮ੍ਹਾਂ ਕਰਵਾ ਦਿਓ, ਨਹੀਂ ਤੇ ਫਿਰ ਤੁਹਾਨੂੰ ਅਰੈਸਟ ਕਰ ਲਿਆ ਜਾਏਗਾ। ਬਹੁਤਾ ਕਰਕੇ ਉਹ ਧਮਕੀਆਂ ਬਜ਼ੁਰਗਾਂ ਨੂੰ ਦਿੰਦਾ ਸੀ। ਉਹਨੇ ਮੰਨਿਆ ਹੈ ਕਿ ਕਈ ਮਿਲੀਅਨ ਡਾਲਰ, ਲੱਖਾਂ ਦੀ ਤਾਦਾਦ ਦੇ ਵਿੱਚ ਡਾਲਰ ਉਹਨੇ ਇਕੱਠੇ ਕੀਤੇ ਹੈ ਤੇ ਜਾਣਕਾਰੀ ਮਿਲੀ ਹੈ ਕਿ ਘੱਟੋ ਘੱਟ 10 ਲੋਕਾਂ ਨਾਲ ਉਹਨੇ ਧੋਖਾਧੜੀ ਦਾ ਤਾਂ ਜੁਰਮ ਸਵੀਕਾਰ ਲਿਆ ਤੇ ਇਸ ਮਾਮਲੇ ਦੇ ਵਿੱਚ ਸਜ਼ਾ ਉਹਨੂੰ 28 ਜੂਨ ਨੂੰ ਸੁਣਾਈ ਜਾਣੀ ਹੈ। ਪਟੇਲ ਨੂੰ ਵੱਧ ਤੋਂ ਵੱਧ ਇਸ ਮਾਮਲੇ ਦੇ ਵਿੱਚ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਦਸਤਾਵੇਜ਼ ਜਿਹੜੇ ਮਿਲੇ ਨੇ ਉਸ ਦੇ ਮੁਤਾਬਕ ਪਟੇਲ ਨੇ ਅਪ੍ਰੈਲ 2019 ਤੋਂ ਮਾਰਚ 2020 ਤੱਕ ਇੱਕ ਇੰਟਰਨੈਸ਼ਨਲ ਸਾਜ਼ਿਸ਼ ਦਾ ਹਿੱਸਾ ਬਣਦੇ ਹੋਏ ਕੁਝ ਬਜ਼ੁਰਗ ਲੋਕਾਂ ਨਾਲ ਧੋਖਾਧੜੀ ਕੀਤੀ। ਸਾਰੇ ਉਹ ਲੋਕ ਦੱਸੇ ਗਏ ਨੇ ਜਿਹੜੇ ਪੀੜਤ ਨੇ ਕਿ ਜਿਹੜੇ ਵਡੇਰੀ ਉਮਰ ਦੇ ਸੀ, ਉਮਰ ਦਰਾਜ਼ ਸਨ। ਇਹ ਫੋਨ ਕਰਦਾ ਸੀ ਕੋਈ ਸਰਕਾਰੀ ਅਧਿਕਾਰੀ ਬਣ ਕੇ ਜਾਂ ਫੈਡਰਲ ਸਰਕਾਰ ਦਾ ਏਜੰਟ ਬਣ ਕੇ। ਸਾਜ਼ਿਸ਼ ਦੇ ਵਿੱਚ ਮੰਨਿਆ ਜਾ ਰਿਹਾ ਕਿ ਕੁਝ ਭਾਰਤੀ ਮੂਲ ਦੇ ਲੋਕ ਹੋਰ ਵੀ ਸ਼ਾਮਲ ਹੋ ਸਕਦੇ ਆ। ਨਿਆਂ ਵਿਭਾਗ ਨੇ ਦੱਸਿਆ ਕਿ ਕਈ ਝੂਠੇ ਦਾਅਵੇ ਕਰਕੇ ਇਹ ਵਿਅਕਤੀ ਬਜ਼ੁਰਗਾਂ ਨੂੰ ਵਿਸ਼ਵਾਸ ਦਿਵਾਉਂਦਾ ਸੀ ਕਿ ਉਹਨਾਂ ਦੀ ਪਹਿਚਾਣ ਜਾਂ ਉਹਨਾਂ ਦੀਆਂ ਜਾਇਦਾਦਾਂ ਖਤਰੇ ਵਿੱਚ ਨੇ। ਪੀੜਤਾਂ ਵਿੱਚ ਜ਼ਿਆਦਾਤਰ ਬਜ਼ੁਰਗ ਨੇ। ਕੁਝ ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਉਹਨਾਂ ਦਾ ਜਿਹੜਾ ਸੋਸ਼ਲ ਸਿਕਿਉਰਿਟੀ ਨੰਬਰ ਹੈ ਉਹ ਕਿਸੇ ਨਾ ਕਿਸੇ ਕ੍ਰਿਮੀਨਲ, ਭਾਵ ਕਿਸੇ ਨਾ ਕਿਸੇ ਅਪਰਾਧ ਦੇ ਨਾਲ ਜੁੜ ਚੁੱਕਿਆ। ਜੇ ਅਦਾਲਤੀ ਕਾਰਵਾਈ ਤੋਂ ਬਚਣਾ ਚਾਹੁੰਦੇ ਹੋ, ਗ੍ਰਿਫਤਾਰੀ ਤੋਂ ਬਚਣਾ ਚਾਹੁੰਦੇ ਹੋ, ਤੁਹਾਡਾ ਵਾਰੰਟ ਜਾਰੀ ਹੋ ਗਿਆ ਤਾਂ ਫਿਰ ਤੁਸੀਂ ਇੰਨੇ ਪੈਸੇ ਫਲਾਣੇ ਥਾਂ ਤੇ ਜਮ੍ਹਾਂ ਕਰਵਾ ਦਿਓ, ਨਹੀਂ ਤਾਂ ਤੁਹਾਡੇ ਵਾਰੰਟ ਰੱਦ ਨਹੀਂ ਹੋਣੇ। ਉਹ ਭੁਗਤਾਨ ਕਰ ਦਿੰਦੇ ਸੀ। ਪਰ ਆਖਰਕਾਰ ਇਹ ਪੁਲਿਸ ਅੜਿੱਕੇ ਆ ਗਿਆ ਤੇ ਹੁਣ ਇਸ ਵਿਅਕਤੀ ਨੇ ਆਪਣਾ ਦੋਸ਼ ਵੀ ਸਵੀਕਾਰ ਲਿਆ। ਹੁਣ ਵੇਖਦੇ ਹਾਂ ਕਿ ਜੂਨ ਮਹੀਨੇ ਇਹਨੂੰ ਸਜ਼ਾ ਕੀ ਸੁਣਾਈ ਜਾਂਦੀ ਹੈ। ਅਗਲੀ ਖਬਰ ਹੁਣ ਸੰਯੁਕਤ ਕਿਸਾਨ ਮੋਰਚਾ ਪੰਜਾਬ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਹੈ। ਤੁਹਾਨੂੰ ਯਾਦ ਹੋਣਾ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਤੋਂ ਬਾਅਦ ਕੁਝ ਕੁ ਗ੍ਰਿਫਤਾਰੀਆਂ ਹੋਈਆਂ, ਕੁਝ ਇੱਕ ਨੌਜਵਾਨਾਂ ਦੇ ਉੱਤੇ ਦੋਸ਼ ਲੱਗੇ। ਉਹਨਾਂ ਵਿੱਚੋਂ ਦਿੱਲੀ ਪੁਲਿਸ ਨੇ ਜਿਸ ਤਰ੍ਹਾਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ, ਉਸੇ ਤਰ੍ਹਾਂ ਲੱਖਾ ਸਿਧਾਣਾ ਦੇ ਸਿਰ ਤੇ ਵੀ ਇਨਾਮ ਰੱਖ ਦਿੱਤਾ ਸੀ ਤੇ ਉਹਦੇ ਤੋਂ ਬਾਅਦ ਲੱਖਾ ਸਿਧਾਣਾ ਨੇ ਇੱਕ ਰੈਲੀ ਵੀ ਕੀਤੀ ਸੀ ਤੇ ਕੁਝ ਇੱਕ ਆਪਸ ਦੇ ਵਿੱਚ ਫੁੱਟ ਪੈਂਦੀ ਨਜ਼ਰ ਵੀ ਆ ਰਹੀ ਸੀ। ਜਾਂ ਇਹ ਆਖ ਸਕਦੇ ਹਾਂ ਕਿ ਸਰਕਾਰ ਦਰਅਸਲ ਚਾਹੁੰਦੀ ਸੀ ਕਿ ਨੌਜਵਾਨ ਕਿਸਾਨ ਆਪਸ ਦੇ ਵਿੱਚ ਫਟ ਜਾਣ ਅਤੇ ਇਹ ਮੋਰਚਾ ਖੇਰੂ ਹੋ ਜਾਏ। ਸਰਹੱਦਾਂ ਤੇ ਕਿਸਾਨ ਹਲੇ ਵੀ ਉਸੇ ਤਰ੍ਹਾਂ ਬੈਠੇ ਹੈ। ਪਰ ਹੁਣ ਜਾਣਕਾਰੀ ਮਿਲੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਅਤੇ ਉਹਨਾਂ ਦੇ ਸਾਥੀਆਂ ਨੂੰ ਕਿਸਾਨ ਅੰਦੋਲਨ ਦੇ ਵਿੱਚ ਵਾਪਸ ਲੈਣ ਦਾ ਅੱਜ ਵੱਡਾ ਫੈਸਲਾ ਕਰ ਲਿਆ। ਲੱਖਾ ਸਿਧਾਣਾ ਤੇ ਸਾਥੀਆਂ ਨੂੰ ਮੋਰਚੇ ਨਾਲ ਜੋੜਨ ਦੇ ਵਾਸਤੇ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕਈ ਆਗੂ, ਕਈ ਗਾਇਕ ਅਤੇ ਕਈ ਚਿੰਤਕ ਬੀਤੇ ਕਈਆਂ ਦਿਨਾਂ ਤੋਂ ਜਾਂ ਮਹੀਨਿਆਂ ਤੋਂ ਆਖ ਦਈਏ
कि परदे पिछे काफ़ी सरगर्म सन ते काम कर रहे सन लगातार। संयुक्त किसान मोर्चे की कमेटी के मैंबर ने डॉक्टर दर्शनपाल ने कहा कि पंजाब दीआं 32 किसान जथेबंदियां ते मोर्चे नाल जुड़े नौजवानों नूं असीं नाल लैके अगे वधांगे। उन्हां कहा कि उसके साथियों के वल्लों बीते समय दीआं कमियां नूं दूर करके मोर्चे की अगवाई हेठ झੱਲਣ ਦਾ उन्हां वल्लों भरोसा दिता गया है। नाल ही डॉक्टर दर्शनपाल ने यह भी कहा कि असीं भाजपा ਅਤੇ होर सारियां पार्टियां नूं संसद मैंबरां नूं चुने हुए होर नुमाइंदियां नूं भी किसानी अंदोलन की हमायत करने वास्ते बेनती करते हैं कि संयुक्त किसान मोर्चे ने इन्हां आगूआं नूं अपील की है कि वो सहयोग किवें कर सकते हैं। वो कहते अस्तीफियां तो लैके किसी भी तरह का किसानी अंदोलन का समर्थन करन। आगूआं ने किसानां ते आम लोगों नूं भी अपील की है कि यह अंदोलन अन्न पैदा करने वास्ते अते अन्न खाण वाले दोवां दे भविख वास्ते है। इस वास्ते इस चल रहे प्रदर्शन दे विच वड्डी गिणती दे विच हर वर्ग दे वल्लों वध चढ़ के हिस्सा लिया जावे। जिहड़ी अगली खबर है वो भी किसानी संघर्ष दे नाल जुड़ी खबर है। लखा सिधाणा ते दीप सिद्धू चर्चा विच रहे है ते जानकारी मिली है कि दिल्ली की 30 हज़ारी अदालत ने दीप सिद्धू की जमानत अर्जी ते अज सुनवाई की। अदालत ने दीप सिद्धू की जमानत पटीशन ते सुनवाई 8 अप्रैल तक टाल दी है। दसना बनता कि दिल्ली की 30 हज़ारी अदालत ने जज के छुट्टी ते होने कारण दीप सिद्धू की अर्जी ते बुधवार को सुनवाई टाल दी सी। यह भी दसना बनता कि दिल्ली पुलिस की स्पैशल सैल टीम ने दीप सिद्धू को 26 जनवरी तो लगभग 2 हफ्ते बाद 8 फरवरी को हरियाणा के करनाल बाईपास तो गिरफ्तार कर लिया सी। उस तो बाद दीप को 7 दिनों की रिमांड पर भेजा गया। उस तो पुछ-गिछ की गई पर दीप सिद्धू ने दस्सिया सी कि वह कोई भी बुरा इरादा नहीं सी। बाकियां वांग वह भी लाल किले चला गया। दिल्ली पुलिस ने दीप सिद्धू और 3 होरां की गिरफ्तारी लई जानकारी देने वास्ते 1 लाख रुपए का नकद इनाम देने का ऐलान किया सी। दिल्ली पुलिस के वलों दीप सिद्धू को 26 जनवरी को ट्रैक्टर परेड के दौरान दिल्ली विच लाल किले ते जिहड़ी हिंसा हुई सी ਉਹਦੇ मुख मुलजम के वजों नामजद किया। इस बाद दे विच ਉਹਦੀ गिरफ्तारी कर लई सी। हुण देखते हैं कि आने वाली 8 तरीक नूं की दीप सिद्धू नूं जमानत मिलती है। जे जमानत मिलती है जिस तरह लखा सिधाणा के बाबत अज जथेबंदियों के वलों फैसला कर लिया गया है कि लखा सिधाणा फिर मोर्चे का हिस्सा बन के चलेगा तो मोर्चे नूं असीं एक बार फिर तो होर बुलंदियां वल जाना चाहुंदे हैं। कल के प्रोग्राम दौरान तुहाडे नाल जिक्र किया सी कि कुछ एक नवे प्रोग्राम भी आने वाले दिनों के ऐलान दिते ने। उहदे विच मई के पहले 15 दौरान संसद भवन तक मार्च करने की खबर भी सी पर हाले उहदी तरीक का ऐलान करना बाकी है। पर वेखदे हां कि जेकर 8 अप्रैल नूं दीप सिद्धू नूं जमानत मिलती है कि वह दोबारा मोर्चे विच सरगर्म हुंदे ने, कि किसान जथेबंदियां उहनूं दोबारा बुक्कल विच लैंदियां ने जां नहीं। अगली जिहड़ी खबर है ये खबर तो पहलां ये आख्या जा सकता है कि जाकोर आखे साइयां मार सके ना कोई। अज तक तुसीं कदी सुनिया कि बंदा ट्रेन तो डिग गया होवे ते बच गया होवे? पर एक बच्ची सिर्फ 2 वरियां दी बालड़ी ट्रेन दे विचों डिगी है, चलदी ट्रेन दे विचों डिगी है पर बच गई है। जानकारी मिली है कि समराला रेलवे स्टेशन पहुंचण तो पहला ही लगभग 1.5 साल की बच्ची जिसका नाम माहिरा शर्मा दस्सिया जा रहा है चलदी रेल गड्डी के एमरजेंसी दरवाजे राही थले डिग पई। जिस वेले बच्ची डिगी तो उस वेले बच्ची की मां विशाली उस वक्त बाथरूम गई हुई सी। जदों वो बाथरूम तो बाहर आई तो उन्होंने 6 वरियां की धी ने अपनी मां नूं दस्सिया कि माहिरा दरवाजे तो हेठां डिग गई है। पहलां तो उन्हें लग्या कि शायद एवें ही कहंदी है, पर बाद दे जदों बच्ची ने दस्सिया कि तुसीं जदों बाथरूम गए उस वक्त माहिरा इस दरवाजे थाणी थले डिग पई। हुण मां नूं तां जमीन आसमान घुमदा नज़र आवे। हड़कंप मच गया, उन्हें दुहाई पा दी, रौला पा दिता। डब्बे दे विच औरतों द्वारा बच्ची के डिगण दीआं चीकां सुन के मुसाफिरां ने तुरंत गड्डी की चेन खिच दी, जिस नाल गड्डी समराला स्टेशन तो कुछ दूरी पर जाके रुक गई। तुरंत ही मुसाफिरां ने अते उसकी मां ने भज दौड़ शुरू कर दी कि बच्ची लभीए तो सही, क्योंकि तुहानूं पता है कि रेल गड्डी की रफ्तार कितनी हुंदी है, तेज़ कितनी हुंदी है। हुण सोच भी नहीं सकता कोई कि बच्ची कित्थे डिगी होनी है, किन्नी क दूर गड्डी आ गई होनी है। दूसरे पासे जानकारी मिली कि गड्डी दे बच्ची दे जदों बच्ची हेठां डिगी तो नेड़े कोई राहगीर जा रहा सी।
ਉਹਨੇ ਦੇਖਿਆ ਕਿ ਬੱਚੀ ਹੇਠਾਂ ਡਿੱਗੀ ਹੈ, ਇਸ ਵਕਤ ਖਿੜਕੀ ਚੋਂ ਬਾਹਰ ਨਿਕਲੀ ਹੈ। ਉਹਨੇ ਬੱਚੀ ਨੂੰ ਜਾ ਕੇ ਚੁੱਕ ਲਿਆ, ਸੰਭਾਲ ਲਿਆ। ਇਹਨੇ ਨੂੰ ਮੁਸਾਫਰ ਅਤੇ ਬੱਚੀ ਦੀ ਮਾਂ ਲੱਭਦੇ ਲੱਭਦੇ ਜਿੱਧਰੋਂ ਗੱਡੀ ਆਈ ਸੀ ਉਧਰ ਨੂੰ ਜਾਂਦੇ ਜਾਂਦੇ ਉਸ ਰਾਹਗੀਰ ਨੂੰ ਮਿਲ ਗਏ। ਬੱਚੀ ਨੂੰ ਜ਼ਖਮੀ ਹਾਲਤ ਵਿੱਚ ਸਮਰਾਲਾ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤੁਸੀਂ ਇਹ ਦੇਖੋ ਕਿ ਜਿੱਥੇ ਜਾ ਕੇ ਬੱਚੀ ਨੂੰ ਲੱਭਿਆ ਲਗਭਗ 2 ਘੰਟਿਆਂ ਦਾ ਸਮਾਂ ਲੱਗਿਆ। ਜਾਣਕਾਰੀ ਦੇ ਅਨੁਸਾਰ ਉੱਥੇ ਜਾ ਕੇ ਪਤਾ ਲੱਗਿਆ ਕਿ ਕੁਝ ਲੋਕ ਬੱਚੀ ਨੂੰ ਲੈ ਕੇ ਹਸਪਤਾਲ ਗਏ ਆ ਤੇ ਸਮਰਾਲੇ ਦੇ ਉਸ ਪ੍ਰਾਈਵੇਟ ਹਸਪਤਾਲ ਦੇ ਵਿੱਚ ਬੱਚੀ ਇਲਾਜ ਅਧੀਨ ਹੈ। ਤੇ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰੇਲਵੇ ਦੇ ਵੀ ਕੁਝ ਅਧਿਕਾਰੀ ਉਹ ਵੀ ਹਸਪਤਾਲ ਪਹੁੰਚ ਗਏ। ਹਸਪਤਾਲ ਦੇ ਵਿੱਚ ਅਧਿਕਾਰੀਆਂ ਦੀ ਤੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਜਾਣਕਾਰੀ ਮਿਲੀ ਸੀ ਕਿ ਇਹ ਰੇਲਗੱਡੀ ਅੰਮ੍ਰਿਤਸਰ ਤੋਂ ਵਾਇਆ ਚੰਡੀਗੜ੍ਹ ਹੋ ਕੇ ਉਹ ਦਿੱਲੀ ਵੱਲ ਜਾ ਰਹੀ ਸੀ ਤੇ ਇਹ ਫਗਵਾੜਾ ਦੀ ਰਹਿਣ ਵਾਲਾ ਪਰਿਵਾਰ ਸੀ। 3 ਬੱਚੇ ਉਸ ਵਕਤ ਨਾਲ ਸੀ। ਜਦੋਂ ਇਹ ਹਾਦਸਾ ਵਾਪਰਿਆ ਉਹਦੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਸਿਰ ਤੇ 6-7 ਟਾਂਕੇ ਲੱਗ ਗਏ ਹੈ। ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਬੱਚੀ ਦੇ ਪਿਤਾ ਫਗਵਾੜੇ ਤੋਂ ਕਹਿੰਦੇ ਪਹੁੰਚਣ ਵਾਲੀ ਸੀ। ਇੰਨੇ ਨੂੰ ਜਦੋਂ ਖਬਰਾਂ ਚੱਲੀ ਰਹੀਆਂ ਸੀ ਪਤਾ ਲੱਗਿਆ ਕਿ ਉਹ ਬੱਚੀ ਦੇ ਪਿਤਾ ਵੀ ਫਗਵਾੜਿਓਂ ਪਹੁੰਚ ਗਏ। ਬੱਚੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਤੁਸੀਂ ਦੇਖੋ ਕਿ ਕਿੱਡੀ ਵੱਡੀ ਦੁਰਘਟਨਾ, ਪਰ ਜਿਸ ਦੇ ਉੱਤੇ ਸਿਰ ਦਾ ਹੱਥ ਹੈ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਜਿਸ ਕਾ ਸਾਹਿਬ ਡਾਢਾ ਹੋਏ। ਆਪਾਂ ਨੂੰ ਪਤਾ ਹੀ ਹੈ ਉਹਨੂੰ ਮਾਰ ਸਕੇ ਨਾ ਕੋਈ। ਸੋ ਹੁਣ ਇਹ ਆਪਣੇ ਆਪ ਦੇ ਵਿੱਚ ਜਿੱਡੀ ਵੱਡੀ ਦੁਰਘਟਨਾ ਸੀ, ਰੱਬ ਨੇ ਹੱਥ ਦੇ ਕੇ ਉਸ ਬੱਚੀ ਨੂੰ ਰੱਖ ਲਿਆ। ਅਗਲੀ ਖਬਰ ਪ੍ਰਿੰਸੀਪਲ ਤਰਸੇਮ ਬਾਹੀਆ ਦੀ ਮੌਤ ਦੇ ਨਾਲ ਜੁੜੀ ਹੈ। ਤੁਹਾਡੇ ਨਾਲ ਮੈਂ ਕੱਲ ਖਬਰ ਸਾਂਝੀ ਕੀਤੀ ਸੀ ਕਿ ਮੈਂ ਉਹਨਾਂ ਤੋਂ ਪੜ੍ਹਿਆ। ਡੈਸਕ ਦੇ ਸਾਹਮਣੇ ਬੈਠ ਕੇ ਮੈਨੂੰ ਅੱਜ ਵੀ ਚੇਤਾ ਉਹ ਕਿਵੇਂ ਪੜ੍ਹਾਉਂਦੇ ਸੀ, ਕਿੰਨੇ ਤੇਜ਼ ਤਰਾਰ ਸੀ, ਕਿਵੇਂ ਉਹ ਅਧਿਆਪਕ ਲਹਿਰ ਦੀ ਅਗਵਾਈ ਕਰਦੇ ਸੀ, ਕਿਵੇਂ ਉਹ ਪ੍ਰਿੰਸੀਪਲ ਬਣੇ। ਬੜੀਆਂ ਸਾਰੀਆਂ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਦੇ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਸਰਕਾਰ ਦੁਹਾਈ ਪਾ ਰਹੀ ਹੈ ਕਿ ਕਰੋਨਾ ਦਾ ਇਲਾਜ ਵਧੀਆ ਚੱਲ ਰਿਹਾ ਹੈ, ਮਰੀਜ਼ਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਸਰਕਾਰ ਵੱਲੋਂ ਦਾਅਵੇ ਵੀ ਕੀਤੇ ਜਾ ਰਹੇ ਹੈ, ਤੇ ਦੂਸਰੇ ਪਾਸੇ ਕੋਵਿਡ ਮਰੀਜ਼ਾਂ ਵੱਲੋਂ ਹਸਪਤਾਲਾਂ ਵਿੱਚ ਡਾਕਟਰਾਂ ਵੱਲੋਂ ਵੱਡੀ ਲਾਪਰਵਾਹੀ ਵਰਤਣ ਦੇ ਦੋਸ਼ ਵੀ ਲਗਾਤਾਰ ਲਗਾਏ ਜਾ ਰਹੇ ਹੈ। ਪੰਜਾਬ ਐਜੂਕੇਸ਼ਨਿਸਟ ਫੋਰਮ ਦੇ ਚੇਅਰਮੈਨ ਪ੍ਰਿੰਸੀਪਲ ਤਰਸੇਮ ਬਾਹੀਆ ਦੀ ਮੌਤ ਵੀ ਕਰੋਨਾ ਨਾਲ ਹੋਈ ਹੈ। ਪਰਿਵਾਰ ਦੱਸ ਰਿਹਾ ਹੈ ਕਿ ਡੀਐਮਸੀ ਲੁਧਿਆਣਾ ਦੇ ਡਾਕਟਰਾਂ ਨੇ ਲਾਪਰਵਾਹੀ ਵਰਤੀ ਹੈ। ਪਰਿਵਾਰ ਨੇ ਦੱਸਿਆ ਕਿ ਪ੍ਰਿੰਸੀਪਲ ਬਾਹੀਆ ਦੀ ਮੌਤ ਲਈ ਹਸਪਤਾਲ ਦੇ ਡਾਕਟਰ ਜ਼ਿੰਮੇਵਾਰ ਨੇ। ਪ੍ਰਿੰਸੀਪਲ ਬਾਹੀਆ ਦੇ ਪੁੱਤਰ ਪਵੇਲ ਬਾਹੀਆ ਨੇ ਕਿਹਾ ਕਿ ਡੀਐਮਸੀ ਲੁਧਿਆਣਾ ਦੇ ਡਾਕਟਰਾਂ ਨੇ ਉਹਨਾਂ ਦੇ ਪਿਤਾ ਦਾ ਸਹੀ ਇਲਾਜ ਸਮੇਂ ਸਿਰ ਨਹੀਂ ਕੀਤਾ, ਜਿਸ ਕਰਕੇ ਅੱਜ ਉਹਨਾਂ ਦੇ ਪਿਤਾ ਇਸ ਦੁਨੀਆ ਤੇ ਨਹੀਂ ਰਹੇ। ਉਹ ਕਹਿੰਦੇ ਜਦੋਂ ਵੀ ਉਹਨਾਂ ਦੇ ਪਿਤਾ ਨੂੰ ਖੰਘ ਆਉਂਦੀ ਤਾਂ ਬਾਹਰੋਂ ਫੋਨ ਕਰਕੇ ਡਾਕਟਰਾਂ ਨੂੰ ਦਵਾਈ ਲਈ ਸਾਨੂੰ ਕਹਿਣਾ ਪੈਂਦਾ ਸੀ ਉਹ ਖੰਘ ਰਹੇ ਹੈ, ਡਾਕਟਰ ਕੁਝ ਨਹੀਂ ਸੀ ਦਿੰਦੇ। ਉਹਨਾਂ ਇਹ ਵੀ ਦੱਸਿਆ ਕਿ ਪ੍ਰਿੰਸੀਪਲ ਬਾਹੀਆ ਨੂੰ 24 ਮਾਰਚ ਨੂੰ ਹਸਪਤਾਲ ਦੇ ਵਿੱਚ ਅਸੀਂ ਭਰਤੀ ਕਰਵਾਇਆ। 2 ਦਿਨਾਂ ਬਾਅਦ ਹੀ ਕਹਿੰਦੇ ਸਾਡੇ ਪਿਤਾ ਨੇ ਦੱਸਿਆ ਕਿ ਡਾਕਟਰਾਂ ਦਾ ਕੋਈ ਚੰਗੀ ਤਰ੍ਹਾਂ ਇਲਾਜ ਨਹੀਂ ਕਰ ਰਹੇ, ਨਾ ਹੀ ਕੋਈ ਉਹਨਾਂ ਦੀ ਡਾਕਟਰ ਚੈੱਕਅਪ ਵਾਸਤੇ ਆ ਰਿਹਾ। ਸਿਰਫ ਕਹਿੰਦੇ ਜਿਹੜਾ ਸੇਵਾਦਾਰ ਕੋਲ ਆ ਉਹੀ ਹੁੰਦਾ। ਹਸਪਤਾਲ ਦੇ ਡਾਕਟਰ ਉਹਨਾਂ ਕੋਲ ਕਹਿੰਦੇ ਜਾਣਾ ਮੁਨਾਸਬ ਹੀ ਨਹੀਂ ਸੀ ਸਮਝਦੇ, ਜਦੋਂ ਕਿ ਖਰਚਾ ਕਹਿੰਦੇ ਸਾਡੇ ਕੋਲੋਂ ਪੂਰਾ ਲਿਆ ਜਾ ਰਿਹਾ ਸੀ। ਪਵੇਲ ਬਾਹੀਆ ਕਹਿੰਦੇ ਉਹਨਾਂ ਦੇ ਭਰਾ ਦਾ ਉਹਨਾਂ ਨੂੰ ਫੋਨ ਆਇਆ। ਉਹ ਦੱਸਦਿਆ ਕਿ ਹਸਪਤਾਲ ਦੇ ਡਾਕਟਰ ਕਹਿ ਰਹੇ ਨੇ ਕਿ ਕੋਵਿਡ ਵਾਰਡ ਦੇ ਮੁਖੀ ਡਾਕਟਰ ਰਾਜੇਸ਼ ਮਹਾਜਨ ਨਾਲ ਟੈਲੀਫੋਨ ਤੇ ਗੱਲ ਕਰੋ। ਫਿਰ ਉਹ ਕਹਿੰਦੇ ਖੁਦ ਆਪਣੀ ਭੈਣ ਸਮੇਤ ਲਗਭਗ 3 ਵਜੇ ਹਸਪਤਾਲ ਪਹੁੰਚਦੇ ਆ ਤੇ ਹਸਪਤਾਲ ਜਾ ਕੇ ਡਾਕਟਰਾਂ ਨਾਲ ਸਾਨੂੰ ਬਹਿਸ ਕਰਨੀ ਪਈ ਕਿ ਡਾਕਟਰ ਮਹਾਜਨ ਨੂੰ ਫੋਨ ਕਰਨਾ ਸਾਡਾ ਕੰਮ ਹੈ ਜਾਂ ਤੁਹਾਡਾ ਕੰਮ ਹੈ, ਅਸੀਂ ਫੋਨ ਉਹਨੂੰ ਕਿਉਂ ਕਰੀਏ, ਅਸੀਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ, ਜੇਕਰ ਉਹਨਾਂ ਨੂੰ ਕੋਈ ਮੈਡੀਕਲ ਏਡ ਚਾਹੀਦੀ ਹੈ, ਸਹੂਲਤ ਚਾਹੀਦੀ ਹੈ, ਇਹ ਹਸਪਤਾਲ ਦਾ ਕੰਮ ਹੈ ਜਾਂ ਅਸੀਂ ਉਹਨਾਂ ਨੂੰ ਫੋਨ ਕਰਕੇ ਸੱਦੀਏ। ਉਹ ਕਹਿੰਦੇ ਉੱਥੇ ਮੌਜੂਦ ਇੱਕ ਡਾਕਟਰ ਵੀ ਨੈਗੇਟਿਵ ਬੋਲਦਾ ਰਿਹਾ, ਪਰਿਵਾਰ ਨੂੰ ਮਾਨਸਿਕ ਪੀੜਾ ਦੇ ਵਿੱਚੋਂ ਲੰਘਾਉਂਦਾ ਰਿਹਾ। ਪਵੇਲ ਬਾਹੀਆ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਵੈਂਟੀਲੇਟਰ ਲਗਾਉਣ ਦੇ ਵਿੱਚ ਵੀ ਡਾਢੀ ਦੇਰੀ ਕੀਤੀ। ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਡਾਕਟਰਾਂ ਨੇ 2:30 ਵਜੇ ਦੇ ਕਰੀਬ ਵੈਂਟੀਲੇਟਰ ਲਗਾਉਣ ਲਈ ਆਖਿਆ, ਪਰ ਵੈਂਟੀਲੇਟਰ 5 ਵਜੇ ਜਾ ਕੇ ਲਾਇਆ ਗਿਆ। 2.5 ਘੰਟੇ ਵੈਂਟੀਲੇਟਰ ਲਾਇਆ ਨਹੀਂ ਗਿਆ। ਜਦੋਂ ਕਹਿੰਦੇ ਅਸੀਂ ਬਾਹਰੋਂ ਖਿੜਕੀ ਥਾਣੀ ਤੱਕਿਆ ਤਾਂ ਅੰਦਰ ਜਿਹੜਾ ਉਹਨਾਂ ਦੇ ਪਿਤਾ ਜੀ ਕੋਲ ਸੇਵਾਦਾਰ ਬੈਠਾ ਸੀ, ਉਹ ਜਿਵੇਂ ਕੋਈ ਪੰਪ ਚਲਾ ਰਿਹਾ ਹੋਵੇ ਇੰਜ ਪੰਪ ਕਰ ਰਿਹਾ ਸੀ। ਕਹਿੰਦੇ ਸਾਨੂੰ ਸ਼ੱਕ ਹੋਇਆ ਕਿ ਵੈਂਟੀਲੇਟਰ ਪੰਪ ਮਾਰਿਆ ਥੋੜੀ ਚੱਲਦਾ, ਉਹ ਤਾਂ ਆਟੋਮੈਟਿਕ ਹੁੰਦਾ, ਪਰ ਇਹ ਹੱਥ ਨਾਲ ਇਹਨੂੰ ਪੰਪ ਕਿਉਂ ਕੀਤਾ ਜਾ ਰਿਹਾ ਹੈ। ਜਦੋਂ ਕਹਿੰਦੇ ਇਸ ਸੰਬੰਧੀ ਅਸੀਂ ਇੱਕ ਮਹਿਲਾ ਡਾਕਟਰ ਦੇ ਨਾਲ ਗੱਲਬਾਤ ਕੀਤੀ, ਪਹਿਲਾਂ ਤਾਂ ਉਹ ਮੰਨੀ ਨਹੀਂ, ਬਾਅਦ ਵਿੱਚ ਉਹਨੇ ਕਿਹਾ ਕਿ ਠੀਕ ਹੈ ਉਹ ਵੈਂਟੀਲੇਟਰ ਠੀਕ ਨਹੀਂ, ਅਸੀਂ ਬਾਹਰੋਂ ਹੋਰ ਮੰਗਵਾਇਆ।
ਤੁਸੀਂ ਦੇਖੋ ਜਿਹੜਾ ਵੈਂਟੀਲੇਟਰ ਕੰਮ ਨਹੀਂ ਕਰਦਾ ਉਹ ਮਰੀਜ਼ ਦੇ ਲਾਇਆ ਹੋਇਆ। ਹੁਣ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਕੀ ਫਿਰ ਜਿਹੜਾ ਮਰੀਜ਼ ਨੂੰ ਵੈਂਟੀਲੇਟਰ ਲਾਇਆ ਗਿਆ ਸੀ ਉਹ ਕੰਮ ਕਰਦਾ ਸੀ ਜਾਂ ਲਗਾਇਆ ਹੀ ਨਹੀਂ ਗਿਆ। ਜੇ ਵੈਂਟੀਲੇਟਰ ਕੰਮ ਹੀ ਨਹੀਂ ਸੀ ਕਰਦਾ ਤੇ ਫਿਰ ਉਹਨੂੰ ਕਿਵੇਂ ਕਿਹਾ ਜਾਵੇ ਕਿ ਵੈਂਟੀਲੇਟਰ ਲਗਾ ਦਿੱਤਾ ਗਿਆ। ਉਹ ਕਹਿੰਦੇ ਵੈਂਟੀਲੇਟਰ ਦੀ ਖਰਾਬੀ ਕਾਰਨ ਉਹਨਾਂ ਦੇ ਪਿਤਾ ਦੀ ਤਬੀਅਤ ਵਿਗੜੀ, ਸਿਹਤ ਖਰਾਬ ਹੋਈ ਤੇ ਆਖਰਕਾਰ ਮੌਤ ਹੋਈ। ਪਵੇਲ ਵਾਹੀਆ ਨੇ ਦੱਸਿਆ ਕਿ ਉਹ ਲੇਡੀ ਡਾਕਟਰ ਨਾਲ ਜਦੋਂ ਉਹਨਾਂ ਦੀ ਹਾਲਤ ਬਾਰੇ ਗੱਲ ਕਰ ਰਹੇ ਸਨ ਤਾਂ ਡਾਕਟਰ ਨੇ ਕਿਹਾ ਕਿ 98% ਆਕਸੀਜਨ ਮਿਲ ਰਹੀ ਹੈ। ਉਹ ਕਹਿੰਦੇ 15 ਮਿੰਟ ਲੰਘੇ ਨਹੀਂ, ਉਹਨਾਂ ਦੇ ਭਰਾ ਦੇ ਨੰਬਰ ਤੇ ਫੋਨ ਆਉਂਦਾ ਕਿ ਮਰੀਜ਼ ਦੀ ਤਬੀਅਤ ਬਹੁਤ ਗੰਭੀਰ ਹੈ, ਤੁਸੀਂ ਜਲਦੀ ਨਾਲ ਉੱਪਰ ਆ ਜਾਓ। ਕਹਿੰਦੇ ਜਦੋਂ ਅਸੀਂ ਉੱਪਰ ਗਏ ਤਾਂ ਡਾਕਟਰਾਂ ਨੇ ਜਿਹੜਾ ਸਾਨੂੰ ਉੱਥੇ ਪਹੁੰਚਿਆਂ ਨੂੰ ਸੁਨੇਹਾ ਦਿੱਤਾ ਉਹ ਇਹ ਸੀ ਕਿ ਪ੍ਰਿੰਸੀਪਲ ਵਾਹੀਆ ਨਹੀਂ ਰਹੇ। ਉਹ ਕਹਿੰਦੇ ਇੰਨੇ ਕੁ ਮਿੰਟਾਂ ਸੈਕਿੰਡਾਂ ਦੇ ਵਿੱਚ ਸਥਿਤੀ ਇਹ ਗੰਭੀਰ ਬਣਾ ਦਿੱਤੀ। ਹਸਪਤਾਲ ਸਾਨੂੰ ਲਗਾਤਾਰ ਗੁੰਮਰਾਹ ਕਰਦਾ ਰਿਹਾ। ਹੁਣ ਵੇਖਦੇ ਹਾਂ ਕਿ ਹਸਪਤਾਲ ਵਾਲੇ ਇਸ ਖਬਰ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਆ। ਜਦੋਂ ਪੱਤਰਕਾਰਾਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਉਸ ਵਕਤ ਚੁੱਕਿਆ ਨਹੀਂ ਸੀ। ਇਹ ਇੱਕ ਪਰਿਵਾਰ ਦੇ ਦੋਸ਼ ਨੇ ਕਿ ਪ੍ਰਿੰਸੀਪਲ ਵਾਹੀਆ ਦੀ ਮੌਤ ਦਾ ਕਾਰਨ ਹਸਪਤਾਲ ਦੀ ਲਾਪਰਵਾਹੀ ਬਣੀ ਹੈ। ਅਗਲੀ ਜਿਹੜੀ ਖਬਰ ਹੈ ਉਹ ਵੀ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਖਬਰ ਹੈ। ਲਗਭਗ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਦਿਨ ਲੰਘਦਾ ਹੈ ਜਿਸ ਦਿਨ ਦਿੱਲੀ ਦੀ ਸਰਹੱਦ ਤੋਂ ਕੋਈ ਮਾੜੀ ਖਬਰ ਨਹੀਂ ਮਿਲਦੀ। ਹੁਣ ਇਸੇ ਤਰ੍ਹਾਂ ਸਰਹੱਦ ਤੋਂ ਇੱਕ ਹੋਰ ਮਾੜੀ ਖਬਰ ਆਈ ਹੈ। ਜਾਣਕਾਰੀ ਦੇ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੈਂਬਰ ਸੀ ਬਲੌਰ ਸਿੰਘ ਸੁਪੁੱਤਰ ਭਾੜਾ ਸਿੰਘ, ਜੋ ਕਿ ਕਿਸਾਨ ਅੰਦੋਲਨ ਦੌਰਾਨ ਵੱਧ ਚੜ੍ਹ ਕੇ ਆਪਣਾ ਯੋਗਦਾਨ ਲਗਾਤਾਰ ਪਾ ਰਹੇ ਸੀ। ਠੰਡ ਲੱਗੀ ਉਹਨਾਂ ਨੂੰ, ਧਰਨੇ ਦੌਰਾਨ ਦਿੱਲੀ ਸਰਹੱਦ ਤੇ ਬਹੁਤ ਬਿਮਾਰ ਹੋ ਗਏ। ਉਹਨਾਂ ਦੀ ਬਿਮਾਰੀ ਦੀ ਹਾਲਤ ਨੂੰ ਵੇਖਦਿਆਂ ਉਹਨਾਂ ਨੂੰ ਬਠਿੰਡਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ ਉਹ ਠੀਕ ਨਾ ਹੋ ਸਕੇ। ਆਖਰਕਾਰ ਕੁਝ ਦਿਨਾਂ ਤੋਂ ਬਾਅਦ ਉਹਨਾਂ ਨੇ ਅੱਜ ਦਮ ਤੋੜ ਦਿੱਤਾ ਤੇ ਇਹ ਜੈਤੋਂ ਨਾਲ ਸੰਬੰਧਿਤ ਸਨ। ਸੋ ਹੁਣ ਤੱਕ ਜਿੰਨੀਆਂ ਵੀ ਸ਼ਹਾਦਤਾਂ ਕਿਸਾਨੀ ਸੰਘਰਸ਼ ਦੇ ਕਾਰਨ ਹੋਈਆਂ ਨੇ, ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਹਾਂ। ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਸਾਰੀਆਂ ਵਿਛੜੀਆਂ ਰੂਹਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਰਕਾਰ ਨੂੰ ਸਮੱਤ ਦੇਵੇ ਕਿ ਜੋ ਲੋਕ ਚਾਹੁੰਦੇ ਆ ਲੋਕਾਂ ਦੀ ਗੱਲ ਸੁਣੀ ਜਾਵੇ ਅਤੇ ਜਲਦੀ ਇਸ ਮਾਮਲੇ ਦਾ, ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਜਾਣਕਾਰੀਆਂ ਪੁਖਤਾ ਲੱਗੀਆਂ ਨੇ, ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਛੱਡਣ ਦੀ ਜ਼ਰੂਰ ਕੋਸ਼ਿਸ਼ ਕਰਿਓ। ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਕਰ ਲਿਓ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਤੁਹਾਡਾ ਸਭਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ। ਅੱਜ ਆਪਾਂ ਆਪਣੇ ਇਸ ਪ੍ਰੋਗਰਾਮ ਦੇ 300ਵੇਂ ਕਿਸ਼ਤ ਦੀ ਤੁਹਾਡੇ ਨਾਲ ਇਹ ਜਾਣਕਾਰੀ, ਖਬਰਾਂ ਅਤੇ ਟਿੱਪਣੀਆਂ ਦੇ ਰੂਪ ਵਿੱਚ ਸਾਂਝੀ ਕਰ ਰਹੇ ਹਾਂ। ਕਾਮਨਾ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਆਪਣਾ ਇਹ ਨਾਤਾ, ਇਹ ਮਾਣ, ਇਹ ਪਿਆਰ, ਇਹ ਸਤਿਕਾਰ ਇਸੇ ਤਰ੍ਹਾਂ ਬਰਕਰਾਰ ਰਹੇ ਅਤੇ ਆਪਣੇ ਇਸ ਪਰਿਵਾਰ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾਵੇ। ਸਮੇਂ ਦੀ ਸਮਾਪਤੀ ਹੈ, ਆਓ ਆਖੀਏ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।